माय यूट्यूब चैनल विद अनदर वीडियो। माय नेम इज़ अमनिंदर। आई होप कि थोड़ी आज की प्रैपरेशन बहुत ਵਧੀਆ ਤਰੀਕੇ ਦੇ ਨਾਲ ਚੱਲ ਰਹੀ ਹੋਊਗੀ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਿਊ ਕਾਰਡ ਬਣਾਉਣਾ ਸਿੱਖਾਂਗੇ ਵੀ ਕਿਹੜੀਆਂ ਟਿਪਸ ਨੂੰ ਤੁਸੀਂ ਫੋਲੋ ਕਰਕੇ ਬਹੁਤ ਵਧੀਆ ਤਰੀਕੇ ਦੇ ਨਾਲ ਐਂਡ ਬਹੁਤ ਥੋੜੇ ਸਮੇਂ ਦੇ ਵਿੱਚ ਤੁਸੀਂ ਕਿਊ ਕਾਰਡ ਨੂੰ ਪ੍ਰਪੇਅਰ ਕਰ ਸਕਦੇ ਹੋ ਔਨ ਦੀ ਸਪੋਟ। ਸੋ ਸਭ ਤੋਂ ਪਹਿਲਾਂ ਅਸੀਂ ਥੋੜਾ ਜਿਹਾ ਕਿਊ ਕਾਰਡ ਦੀ ਲਾਈਕ ਰਿਵੀਜ਼ਨ ਕਰ ਲੈਂਦੇ ਹਾਂ ਕਿ ਕਿਊ ਕਾਰਡ ਹੁੰਦਾ ਕੀ ਆ ਐਂਡ ਉਹਦੇ ਵਿੱਚ ਕਿਹੜੀਆਂ ਚੀਜ਼ਾਂ ਸਾਡੇ ਲਈ ਬਹੁਤ ਜ਼ਰੂਰੀ ਹੁੰਦੀਆਂ ਜਿਨ੍ਹਾਂ ਦਾ ਅਸੀਂ ਧਿਆਨ ਰੱਖਣਾ ਸਾਨੂੰ ਬਹੁਤ ਜ਼ਰੂਰੀ ਹੁੰਦਾ ਹੈ। ਸੋ ਲੈਟਸ ਬਿਗਿਨ ਦੀ ਵੀਡੀਓ। ਸੋ ਕਿਊ ਕਾਰਡ ਦਾ ਆਪਾਂ ਨੂੰ ਪਤਾ ਹੀ ਹੈ ਕਿ ਕਿਊ ਕਾਰਡ ਇੱਕ ਟੌਪਿਕ ਹੁੰਦਾ ਹੈ ਜਿਹੜਾ ਕਿ ਐਗਜ਼ਾਮੀਨਰ ਸਾਨੂੰ ਔਨ ਦੀ ਸਪੋਟ ਦਿੰਦਾ ਹੈ, ਜਿਹਦੇ ਬਾਰੇ ਜਿਹਨੂੰ ਪ੍ਰਪੇਅਰ ਕਰਨ ਦੇ ਲਈ ਸਾਡੇ ਕੋਲ 1 ਮਿੰਟ ਦਾ ਟਾਈਮ ਹੁੰਦਾ। ਮੀਨਸ 1 ਮਿੰਟ ਦੇ ਵਿੱਚ ਅਸੀਂ ਉਸ ਕਿਊ ਕਾਰਡ ਨੂੰ ਪ੍ਰਪੇਅਰ ਕਰ ਸਕਦੇ ਹਾਂ ਐਂਡ 2 ਮਿੰਟ ਤੱਕ ਉਸ ਕਿਊ ਕਾਰਡ ਨੂੰ ਬੋਲਣਾ ਹੁੰਦਾ ਹੈਗਾ। ਕਿਊ ਕਾਰਡ ਮੀਨਸ ਟੌਪਿਕ ਨੂੰ। ਹੁਣ ਉਸ ਟੌਪਿਕ ਬਾਰੇ ਜੋ ਕੁਝ ਵੀ ਬੋਲਣਾ ਹੁੰਦਾ ਉਹਦੇ ਕੁਝ ਕਿਊਜ਼ ਵੀ ਉਹ ਸਾਨੂੰ ਜ਼ਰੂਰ ਦਿੰਦੇ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਹਿੰਟ ਬੋਲਦੇ ਹਾਂ। ਮੀਨਸ ਹਿੰਟਸ ਜ਼ਰੂਰ ਦਿੰਦੇ ਨੇ ਵੀ ਇਹ ਚੀਜ਼ਾਂ ਤੁਸੀਂ ਇਸ ਕਿਊ ਕਾਰਡ ਬਾਰੇ ਬੋਲ ਸਕਦੇ ਹੈਗੇ ਹੋ, ਜਿਨ੍ਹਾਂ ਨੂੰ ਆਰਐਸ ਦੀ ਲੈਂਗੁਏਜ ਦੇ ਵਿੱਚ ਕਿਊਜ਼ ਬੋਲਿਆ ਜਾਂਦਾ ਹੈ। ਐਂਡ ਇਹਨਾਂ ਹਿੰਟਸ ਨੂੰ ਧਿਆਨ 'ਚ ਰੱਖ ਕੇ ਇਹਨਾਂ ਹਿੰਟਸ ਨੂੰ ਕਵਰ ਕਰਕੇ ਹੀ ਉਸ ਕਿਊ ਕਾਰਡ ਨੂੰ ਪ੍ਰਪੇਅਰ ਕਰਨਾ ਹੁੰਦਾ ਅਤੇ ਬੋਲਣਾ ਹੁੰਦਾ ਹੈਗਾ। ਸੋ 2 ਮਿੰਟ ਦੇ ਵਿੱਚ ਅਪਰੋਕਸੀਮੇਟਲੀ ਲਾਈਕ ਤੁਸੀਂ 20 ਲਾਈਨਸ ਤੱਕ ਪ੍ਰਪੇਅਰ ਕਰ ਸਕਦੇ ਹੋਗੇ। ਬਾਕੀ ਤੁਹਾਡੀ ਸਪੀਡ 'ਤੇ ਡਿਪੈਂਡ ਕਰਦਾ ਕਿ ਤੁਸੀਂ ਕਿੰਨਾ ਕੁ ਫਾਸਟ ਬੋਲਦੇ ਹੋ ਐਂਡ ਕਿੰਨਾ ਕੁ ਸਲੋ ਬੋਲਦੇ ਹੋ। ਬਸ ਕਹਿਣ ਦਾ ਮਤਲਬ ਇਹ ਹੈ ਕਿ ਜਿੰਨੇ ਵੀ ਉਹਨਾਂ ਨੇ ਹਿੰਟਸ ਦਿੱਤੇ ਨੇ ਉਹ ਹਿੰਟ ਕਵਰ ਹੋਣੇ ਚਾਹੀਦੇ ਆ। ਤੁਹਾਡਾ ਆਈਡੀਆ ਐਗਜ਼ਾਮੀਨਰ ਨੂੰ ਕਲੈਰੀਫਾਈ ਹੋਣਾ ਚਾਹੀਦਾ ਹੈਗਾ। ਐਂਡ ਫਾਈਨਲ ਐਗਜ਼ਾਮ ਦੇ ਵਿੱਚ ਤੁਹਾਨੂੰ ਇੱਕ ਪੇਪਰ ਵੀ ਦਿੱਤਾ ਜਾਊਗਾ ਐਂਡ ਇੱਕ ਪੈਨਸਿਲ ਵੀ ਦਿੱਤੀ ਜਾਊਗੀ। ਉਸ ਪੇਪਰ ਪੈਨਸਿਲ ਦਾ ਯੂਜ਼ ਇਹ ਆ ਕਿ ਜਦੋਂ ਤੁਹਾਨੂੰ ਕਿਊ ਕਾਰਡ ਪ੍ਰਪੇਅਰ ਕਰਨ ਲਈ ਦਿੱਤਾ ਜਾਊਗਾ ਉਸ ਸਮੇਂ ਦੇ ਉੱਪਰ ਤੁਹਾਨੂੰ ਪੇਪਰ ਦਿੱਤਾ ਜਾਊਗਾ। ਉਸ ਪੇਪਰ ਦੇ ਉੱਪਰ ਤੁਸੀਂ ਉਸ ਕਿਊ ਕਾਰਡ ਬਾਰੇ ਆਈਡੀਆਜ਼ ਲਿਖ ਸਕਦੇ ਹੋ ਜਾਂ ਕਿਊ ਕਾਰਡ ਦੇ ਹਿੰਟ ਲਿਖ ਸਕਦੇ ਹੋ ਜਿਸ ਤਰੀਕੇ ਨਾਲ ਵੀ ਤੁਸੀਂ ਉਹਨੂੰ ਯੂਜ਼ ਕਰਨਾ ਚਾਹੁੰਦੇ ਹੈਗੇ ਹੋ। ਜ਼ਿਆਦਾਤਰ ਬੱਚੇ ਉਸ ਪੇਪਰ ਨੂੰ ਯੂਜ਼ ਹੀ ਨਹੀਂ ਕਰਦੇ ਜਾਂ ਫਿਰ ਜ਼ਿਆਦਾਤਰ ਬੱਚੇ ਕੀ ਕਰਦੇ ਆ ਉਹਦੇ ਉੱਪਰ ਕੁਝ ਆਈਡੀਆਜ਼ ਲਿਖ ਲੈਂਦੇ ਨੇ ਤਾਂ ਕਿ ਇਨ ਬਿਟਵੀਨ ਜਦੋਂ ਵੀ ਕਦੇ ਪੌਜ਼ਿਸ ਆਉਣ ਜਾਂ ਉਹਨਾਂ ਦੀ ਆਈਡੀਆ ਦੀ ਕਮੀ ਹੋਵੇ ਤਾਂ ਉਸ ਕਿਊ ਪੇਪਰ ਉੱਪਰ ਦੇਖ ਕਰ ਉਹਨਾਂ ਆਈਡੀਆਜ਼ ਨੂੰ ਯਾਦ ਕਰਕੇ ਉਹ ਬੋਲ ਸਕਦੇ ਨੇ। ਸੋ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਉਹਨੂੰ ਯੂਜ਼ ਕਰ ਸਕਦੇ ਹੋ। ਵੈਸੇ ਤਾਂ ਉਸ ਪੇਪਰ ਨੂੰ ਦੇਖਣਾ ਤੁਸੀਂ ਅਵੋਇਡ ਹੀ ਕਰਿਓ, ਬਟ ਇਨ ਬਿਟਵੀਨ ਅਗਰ ਤੁਹਾਨੂੰ ਲੱਗੇ ਕਿ ਤੁਹਾਡੇ ਕੋਈ ਵੀ ਪੌਜ਼ ਆ ਰਿਹਾ ਹੈਗਾ ਤਾਂ ਤੁਸੀਂ ਪੌਜ਼ ਲੈਣ ਦੀ ਬਜਾਏ ਉਸ ਆਈਡੀਆ ਨੂੰ ਦੇਖ ਸਕਦੇ ਹੋ ਅਤੇ ਆਪਦੇ ਕਿਊ ਕਾਰਡ ਨੂੰ ਕੰਟੀਨਿਊ ਕਰ ਸਕਦੇ ਹੋ। ਸੋ 2 ਮਿੰਟ ਤੱਕ ਦੀ ਜੇ ਮੈਂ ਗੱਲ ਕਹਾਂ ਤਾਂ ਉਹ ਐਗਜ਼ਾਮੀਨਰ ਦੀ ਵਿਸ਼ ਹੈ ਕਿ ਉਹ ਤੁਹਾਨੂੰ 2 ਮਿੰਟ ਤੱਕ ਵੀ ਇਸ ਕਿਊ ਕਾਰਡ ਨੂੰ ਬੋਲਣ ਲਈ ਕਹਿ ਸਕਦਾ ਹੈਗਾ। ਉਹ ਤੁਹਾਨੂੰ 1 ਮਿੰਟ ਤੱਕ ਵੀ ਕਹਿ ਸਕਦਾ, 1.5 ਮਿੰਟ ਤੱਕ ਵੀ ਕਹਿ ਸਕਦਾ, ਬਟ ਤੁਸੀਂ ਆਪਦਾ ਕਿਊ ਕਾਰਡ 2 ਮਿੰਟ ਤੱਕ ਪ੍ਰਪੇਅਰ ਕਰਨਾ ਹੀ ਕਰਨਾ ਹੈ। ਜੇ ਇਸ ਤੋਂ ਵੱਧ ਅਗਰ ਉਹਨਾਂ ਨੇ ਬਾਈ ਚਾਂਸ ਬੁਲਾ ਲਿਆ ਤਾਂ ਤੁਹਾਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ ਕਿ ਮੈਂ ਉਸ ਕਿਊ ਕਾਰਡ ਨੂੰ ਕਿਵੇਂ ਐਕਸਟੈਂਡ ਕਰਨਾ। ਮੀਨਸ ਜਿੰਨੇ ਸਮੇਂ ਤੱਕ ਐਗਜ਼ਾਮੀਨਰ ਤੁਹਾਨੂੰ ਚੁੱਪ ਹੋਣ ਲਈ ਨਹੀਂ ਕਹੂਗਾ ਉਨੇ ਟਾਈਮ ਤੱਕ ਤੁਸੀਂ ਆਪਦੇ ਕਿਊ ਕਾਰਡ ਨੂੰ ਕੰਟੀਨਿਊ ਹੀ ਰੱਖਣਾ ਹੈਗਾ। ਐਂਡ ਦੀ ਨੈਕਸਟ ਇੰਪੋਰਟੈਂਟ ਥਿੰਗ ਇਜ਼ ਦੈਟ ਕਿ ਉੱਥੇ ਤਾਂ ਰਿਕਾਰਡਰ ਵੀ ਪਿਆ ਹੁੰਦਾ ਜਿਹਦੇ ਵਿੱਚ ਤੁਹਾਡੀ ਸਪੀਕਿੰਗ ਰਿਕਾਰਡ ਹੁੰਦੀ ਆ। ਤਾਂ ਜਦੋਂ ਵੀ ਤੁਸੀਂ ਬੋਲਣਾ ਤਾਂ ਤੁਹਾਡੀ ਆਵਾਜ਼ ਇੰਨੀ ਕੁ ਉੱਚੀ ਐਂਡ ਇੰਨੀ ਕੁ ਘੱਟ ਹੋਣੀ ਚਾਹੀਦੀ ਹੈ ਕਿ ਰਿਕਾਰਡਰ ਤੱਕ ਉਹ ਸੁਣਾਈ ਦੇ ਜਾਵੇ ਐਂਡ ਰਿਕਾਰਡਰ ਦੇ ਵਿੱਚ ਉਹ ਰਿਕਾਰਡ ਹੋਵੇ। ਐਂਡ ਜ਼ਿਆਦਾ ਉੱਚੀ ਨਹੀਂ ਹੋਣੀ ਚਾਹੀਦੀ ਕਿ ਉਹ ਐਗਜ਼ਾਮੀਨਰ ਨੂੰ ਫਰਸਟ੍ਰੇਟ ਕਰੇ। ਤਾਂ ਆਪਦੀ ਆਵਾਜ਼ ਵੀ ਉਸ ਤਰੀਕੇ ਨਾਲ ਤੁਸੀਂ ਮੈਨੇਜ ਕਰਨੀ ਹੈਗੀ ਆ। ਸੋ ਹੁਣ ਸਟਾਰਟ ਕਰਦੇ ਹਾਂ ਅੱਜ ਦਾ ਕਿਊ ਕਾਰਡ ਵੀ ਕਿਊ ਕਾਰਡ ਨੂੰ ਕਿਸ ਤਰੀਕੇ ਨਾਲ ਪ੍ਰਪੇਅਰ ਕਰਨਾ। ਅੱਜ ਦਾ ਜਿਹੜਾ ਟੌਪਿਕ ਹੈਗਾ ਦੈਟ ਇਜ਼ ਡਿਸਕ੍ਰਾਈਬ ਯੂਅਰ ਫੇਵਰੇਟ ਸਿੰਗਰ। ਮੀਨਸ ਅੱਜ ਦੀ ਜਿਹੜੀ ਕੈਟੇਗਰੀ ਹੈ ਜਿਹਦੇ ਵਿੱਚ ਅਸੀਂ ਇੱਕ ਪਰਸਨ ਬਾਰੇ ਬੋਲਣਾ। ਸੋ ਪਰਸਨ ਵਾਲੇ ਕਿਊ ਕਾਰਡਸ ਅਸੀਂ ਕਿਸ ਤਰੀਕੇ ਦੇ ਨਾਲ ਪ੍ਰਪੇਅਰ ਕਰਨੇ ਆ ਉਹ ਚੀਜ਼ ਦੇਖਣੀ ਆ। ਇਸ ਤੋਂ ਬਾਅਦ ਉਹਨਾਂ ਨੇ ਕੁਝ ਹਿੰਟਸ ਦਿੱਤੇ ਹੋਏ ਨੇ ਦੈਟ ਇਜ਼ ਹਾਊ ਡੂ ਯੂ ਨੋ ਦਿਸ ਸਿੰਗਰ। ਤੁਸੀਂ ਇਸ ਸਿੰਗਰ ਨੂੰ ਕਿਵੇਂ ਜਾਣਦੇ ਹੋ ਇਸ ਚੀਜ਼ ਨੂੰ ਕਵਰ ਕਰਨਾ। ਵਟ ਦਿਸ ਪਰਸਨ ਇਜ਼ ਲਾਈਕ, ਇਹ ਪਰਸਨ ਕਿਸ ਤਰ੍ਹਾਂ ਦਾ ਦਿਖਦਾ ਹੈਗਾ ਜਾਂ ਕਿਸ ਤਰ੍ਹਾਂ ਦਾ ਇਹ ਪਰਸਨ ਹੈਗਾ। ਡੂ ਯੂ ਥਿੰਕ ਹੀ ਔਰ ਸ਼ੀ ਇਜ਼ ਗੁੱਡ। ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜਾ ਪਰਸਨ ਆ ਉਹ ਵਧੀਆ ਹੈਗਾ ਕਿ ਨਹੀਂ ਹੈਗਾ। ਲਾਈਕ ਇਹ ਕਿਊਜ਼ ਨੂੰ ਤੁਸੀਂ ਕਵਰ ਕਰਨਾ। ਸੋ ਬੇਸਿਕ ਚੀਜ਼ਾਂ ਨੂੰ ਸਮਝ ਲਓ ਕਿ ਜਦੋਂ ਤੁਸੀਂ ਕਿਊ ਕਾਰਡ ਨੂੰ ਪ੍ਰਪੇਅਰ ਕਰਨਾ ਤਾਂ ਕਿਵੇਂ ਕਰਨਾ। ਸੋ ਜਿਹੜੇ ਪਰਸਨ ਵਾਲੇ ਕਿਊ ਕਾਰਡਸ ਹੁੰਦੇ ਨੇ ਪਰਸਨ ਵਾਲੇ ਕਿਊ ਕਾਰਡਸ ਦੇ ਵਿੱਚ ਕਿਹੜੀਆਂ ਚੀਜ਼ਾਂ ਤੁਸੀਂ ਬੋਲਣੀਆਂ। ਜਿਵੇਂ ਹੁਣ ਤੁਸੀਂ ਫੇਵਰੇਟ ਸਿੰਗਰ ਬਾਰੇ ਬੋਲਣਾ, ਸਭ ਤੋਂ ਪਹਿਲੀ ਚੀਜ਼ ਤਾਂ ਇਹੀ ਆ, ਫਸਟ ਟਿਪ ਇਜ਼ ਦੈਟ ਕਿ ਜਦੋਂ ਵੀ ਤੁਸੀਂ ਕਿਸੇ ਵੀ ਕਿਊ ਕਾਰਡ ਉੱਪਰ ਬੋਲਣਾ ਸਟਾਰਟ ਕਰਦੇ ਹੋ ਤਾਂ ਇਹੋ ਜਿਹਾ ਆਈਡੀਆ ਚੂਜ਼ ਕਰੋ ਜਿਹਦੇ ਬਾਰੇ ਤੁਹਾਨੂੰ ਪਤਾ ਹੈ, ਜਿਸ ਚੀਜ਼ ਬਾਰੇ ਤੁਹਾਨੂੰ ਨੌਲੇਜ ਹੈਗੀ ਆ। ਠੀਕ ਆ, ਕਿਉਂਕਿ ਜਿਸ ਚੀਜ਼ ਬਾਰੇ ਸਾਨੂੰ ਪਰਸਨਲੀ ਨੌਲੇਜ ਹੁੰਦੀ ਆ ਉਸ ਚੀਜ਼ ਬਾਰੇ ਲਾਈਨਾਂ ਬੋਲਣੀਆਂ, ਉਹਦੇ ਉੱਪਰ ਕੁਛ ਵੀ ਲਾਈਕ ਟੌਪਿਕ ਬੋਲਣਾ, ਐਸੇ ਬੋਲਣਾ ਬਹੁਤ ਜ਼ਿਆਦਾ ਈਜ਼ੀ ਹੋ ਜਾਂਦਾ ਹੈ। ਐਂਡ ਹਮੇਸ਼ਾ ਉਹੀ ਆਈਡੀਆਜ਼ ਸਿਲੈਕਟ ਕਰੋ ਜਿਨ੍ਹਾਂ ਬਾਰੇ ਬੋਲਣਾ ਤੁਹਾਡੇ ਲਈ ਈਜ਼ੀ ਹੋਵੇ। ਤਾਂ ਸਭ ਤੋਂ ਪਹਿਲੀ ਚੀਜ਼ ਕਿ ਜਿਹੜਾ ਵੀ ਸਿੰਗਰ ਤੁਸੀਂ ਚੂਜ਼ ਕਰੋਗੇ ਉਸ ਸਿੰਗਰ ਨੂੰ ਤੁਸੀਂ ਜਾਣਦੇ ਹੋਵੋ ਜਾਂ ਤੁਹਾਡਾ ਉਹ ਸਿੰਗਰ ਫੇਵਰੇਟ ਹੋਣਾ ਚਾਹੀਦਾ ਜਾਂ ਉਹਦੇ ਬਾਰੇ ਤੁਹਾਨੂੰ ਥੋੜ੍ਹੀ ਬਹੁਤੀ ਨੌਲੇਜ ਹੋਣੀ ਚਾਹੀਦੀ ਹੈ ਤਾਂ ਕਿ ਕਿਊ ਕਾਰਡ ਦੇ ਵਿੱਚ ਬੋਲਣਾ ਈਜ਼ੀ ਹੋਵੇ। ਇਹ ਨਹੀਂ ਹੋਣਾ ਚਾਹੀਦਾ
कि पता नहीं मैं जे ये सिंगर बारे बोलिया तो एग्जामिनर की सोचूगा। नहीं, ਉਹਨੂੰ सिंगर बारे कोई मतलब नहीं हैगा। ਉਹਨੂੰ मतलब हैगा कि तुसी उस सिंगर की परसनैलिटी या उस सिंगर ਨੂੰ ਕਿੰਨਾ ਕੁ ਸੋਹਣਾ डिफाइन करते हैगे हो एंड किन्ना ਕੁ ਵਧੀਆ ਤੁਸੀਂ ਸੈਂਟੈਂਸ ਬਣਾਉਂਦੇ ਹੋ, ਤੁਹਾਡੀ ਫਲੂਐਂਸੀ ਕਿਹੋ ਜਿਹੀ ਆ, ਤੁਹਾਡਾ ਟੌਪਿਕ ਰਿਸਪੌਂਸ ਕਿਹੋ ਜਿਹਾ, ਤੁਹਾਡੀ ਗ੍ਰਾਮਰ ਕਿਹੋ ਜਿਹੀ ਆ। ਤਾਂ ਮੈਟਰ ਇਹ ਚੀਜ਼ਾਂ ਕਰਦੀਆਂ ਨੇ, ਨਾ ਕਿ ਉਹ ਸਿੰਗਰ ਮੈਟਰ ਕਰਦਾ ਕਿ ਉਹ ਰੀਅਲ ਦੇ ਵਿੱਚ ਕਿਸ ਤਰੀਕੇ ਦਾ ਹੈਗਾ। ਤੁਸੀਂ ਬਸ ਸਿਰਫ ਉਹਦੇ ਬਾਰੇ ਲਾਈਨਾਂ ਬਣਾਉਣੀਆਂ ਹੈਗੀਆਂ ਜਿਹੜੀਆਂ ਕਿ ਜ਼ਿਆਦਾ ਮੈਟਰ ਕਰਦੀਆਂ ਨੇ। सो इस तो बाद जो भी क्यू कार्ड प्रिपेयर करना तो हमेशा मेरे अकॉर्डिंगली जो मैं चीज़ फॉलो करती हाँ, जरूरी नहीं हैगा कि तुसी सारा दा सारा क्यू कार्ड लिखो। एंड ये चीज़ आपां नूं पता है कि क्यू कार्ड जिहड़े हुंदे ने 3 महीनों बाद बदलते हुंदे ने एंड क्यू कार्ड अकॉर्डिंगली लाइक 60 to 70 क्यू कार्ड्स आउंदे हुंदे ने जिन्हां दे विचों क्यू कार्ड्स पूछे जाते हैं, मीनस पॉसिबिलिटीज़ हुंदियां ने। सो इन्ने क्यू कार्ड्स हुण तुसी डेली बेसिस ते लिखण लग जाओगे, इट्स अ टू लेंथी वर्क है ना। तो आपां स्मार्ट वर्क करना कि तुसी ओहदे जस्ट बेसिक कंसैप्ट्स या मेन पॉइंट्स ही लिखो जिहदे नाल तुहानूं आइडिया जो होवे कि बस मैं ये चीज़ां बोलणियां हैगियां। सो अज आपां ओही चीज़ करांगे। सो जो भी तुसी किसी भी परसन बारे या कोई भी क्यू कार्ड स्टार्ट करना है, सब तो पहली चीज़ कि तुसी जर्नल स्टेटमेंट बोलनी ही बोलनी हैगी है। जर्नल स्टेटमेंट मतलब कि जर्नल लाइन जरूर क्यू कार्ड बारे बोलनी है जिहदे बारे वो क्यू कार्ड हैगा गा। जिवें अज दा क्यू कार्ड हैगा फेवरेट सिंगर, तुसी सिंगर दे उपर भी वधिया लाइन बना सकते हो कि मैनूं बहुत सारे सिंगर वधिया लगदे हैगे ने पर मैं अज इस सिंगर बारे गल करन जा रहा। या सिंगर का मतलब की है कि कोई भी जो भी सिंगर हैगा ਉਹ ਕਿਹਦੇ ਨਾਲ ਰਿਲੇਟਡ ਹੁੰਦਾ ਜੀ, ਮਿਊਜ਼ਿਕ ਦੇ ਨਾਲ। ਤੁਸੀਂ ਮਿਊਜ਼ਿਕ ਦੀ ਗੱਲ ਵੀ ਵਿੱਚ ਕਰ ਸਕਦੇ ਹੋ ਕਿ ਮੈਨੂੰ ਅਲੱਗ-ਅਲੱਗ ਸਿੰਗਰਸ ਦੇ ਗਾਣੇ ਸੁਣਨਾ ਬਹੁਤ ਪਸੰਦ ਹੈਗਾ ਪਰ ਮੈਂ ਅੱਜ ਇੱਕ ਇਹੋ ਜਿਹੇ ਸਿੰਗਰ ਦੀ ਗੱਲ ਕਰਨ ਜਾ ਰਿਹਾ ਜਿਹਦੇ ਗਾਣੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦੇ ਹੈਗੇ ਆ। ਤਾਂ ਇੱਦਾਂ ਤੁਸੀਂ ਜਰਨਲ ਲਾਈਨ ਜ਼ਰੂਰ ਬਣਾਉਣੀ ਆ ਜਿਹਦੇ ਨਾਲ ਇੱਕ ਫਲੋ ਜਿਹਾ ਕ੍ਰੀਏਟ ਹੋ ਜਾਂਦਾ ਕਿ ਹਾਂ ਮੈਂ ਅੱਜ ਇਸ ਟੌਪਿਕ ਨੂੰ ਸਟਾਰਟ ਕਰਨ ਲੱਗੀ ਹਾਂ। ਜਿਵੇਂ ਕਿ ਕਈ ਵਾਰੀ ਪ੍ਰੋਬਲਮ ਕੀ ਆਉਂਦੀ ਹੈਗੀ ਆ ਕਿ ਬੱਚੇ ਸਿੱਧਾ ਸਟਾਰਟ ਕਰ ਦਿੰਦੇ ਆ ਕਿ ਮਾਈ ਫੇਵਰਟ ਸਿੰਗਰ ਇਜ਼, ਪ੍ਰੋਬਲਮ ਉਹਦੇ ਵਿੱਚ ਵੀ ਕੁਛ ਨਹੀਂ ਹੈਗੀ ਬਟ ਜਦੋਂ ਅਸੀਂ ਇੱਕ ਫਲੋ ਜਿਹਾ ਕ੍ਰੀਏਟ ਕਰ ਲੈਂਦੇ ਹਾਂ ਨਾ ਕਿ ਅੱਜ ਮੈਂ ਇਸ ਬਾਰੇ ਗੱਲ ਕਰਨ ਜਾ ਰਹੀ ਹਾਂ ਜਾਂ ਮੈਂ ਇੰਨੇ ਸਿੰਗਰ ਸੁਣਦੀ ਹਾਂ ਬਟ ਉਹਦੇ ਵਿੱਚ ਮੈਂ ਇਹਦੀ ਗੱਲ ਕਰ ਰਹੀ ਹਾਂ ਤਾਂ ਉਹ ਪ੍ਰੈਜ਼ੈਂਟ ਇੱਕ ਪ੍ਰੈਜ਼ੈਂਟੇਸ਼ਨ ਦੀ ਗੱਲ ਹੁੰਦੀ ਹੈ ਨਾ ਤਾਂ ਉਹ ਪ੍ਰੈਜ਼ੈਂਟ ਬਹੁਤ ਵਧੀਆ ਹੁੰਦਾ। ਤਾਂ ਹਮੇਸ਼ਾ ਜਰਨਲ ਸਟੇਟਮੈਂਟ ਬਣਾਓ ਹੀ ਬਣਾਓ। ਨੈਕਸਟ ਚੀਜ਼ सो परसन वाले क्यू कार्ड्स दे विच जदों तुसीं उस सिंगर की स्टेटमेंट दसदी इस तो बाद उहदे नेम जरूर दसो किहड़ा वो सिंगर हैगा, ठीक है, की उहदा नाम आ एंड कित्थों ओह बिलोंग करदा हैगा। क्लास दे विच कह लो या रियल लाइफ दे विच भी जदों कोई भी परसन नूं असीं मिलदे हैगे आ तां सब तो पहली चीज़ असीं की देखदे हां जी, उहदा नाम पुछदे आ, ठीक है, ਤੁਸੀਂ ਕਿੱਥੋਂ ਆਉਂਦੇ ਹੋ, ਕਿੱਥੋਂ ਬਿਲੋਂਗ ਕਰਦੇ ਹੋ, ਠੀਕ ਹੈ, ਅਸੀਂ ਉਹ ਚੀਜ਼ ਪੁੱਛਦੇ ਹਾਂ। ਤਾਂ ਉੱਦਾਂ ਹੀ ਤੁਸੀਂ ਕਿਊ ਕਾਰਡ ਨੂੰ ਪ੍ਰਪੇਅਰ ਕਰੋਗੇ ਤਾਂ ਬਹੁਤ ਸੋਹਣਾ ਲੱਗੂਗਾ ਕਿ ਸਭ ਤੋਂ ਪਹਿਲਾਂ ਉਹਦੀ ਜਰਨਲ ਸਟੇਟਮੈਂਟ, ਆਫਟਰ ਦੈਟ ਉਹਦਾ ਨੇਮ ਕੀ ਉਹਨਾਂ ਦਾ ਨਾਮ ਹੈਗਾ ਐਂਡ ਕਿੱਥੋਂ ਉਹ ਬਿਲੋਂਗ ਕਰਦੇ ਹੈਗੇ ਆ। ਐਂਡ ਨੈਕਸਟ ਚੀਜ਼ ਉਹਨਾਂ ਨੇ ਪੁੱਛੀ ਸੀ ਹਾਊ ਡੂ ਯੂ ਨੋ ਦਿਸ ਪਰਸਨ, ਤੁਸੀਂ ਇਸ ਪਰਸਨ ਨੂੰ ਕਿਵੇਂ ਜਾਣਦੇ ਹੈਗੇ ਹੋ। ਤਾਂ ਇਹਦੇ ਬਾਰੇ 2-3 ਆਈਡੀਆਜ਼ ਮੇਰੇ ਕੋਲ ਹੈਗੇ ਆ। ਸਭ ਤੋਂ ਪਹਿਲੀ ਚੀਜ਼ ਤੁਸੀਂ ਇਹ ਕਹਿ ਸਕਦੇ ਹੋ ਕਿ ਮੈਂ ਇਸ ਪਰਸਨ ਨੂੰ ਕੁਝ ਕੁ ਸਾਲ ਪਹਿਲਾਂ ਟੀਵੀ ਦੇ ਉੱਪਰ ਦੇਖਿਆ ਸੀਗਾ, ਠੀਕ ਆ, ਐਂਡ ਜਦੋਂ ਮੈਂ ਉਹਦਾ ਫਸਟ ਟਾਈਮ ਗਾਣਾ ਸੁਣਿਆ ਤਾਂ ਮੈਂ ਉਸ ਸਮੇਂ ਤੋਂ ਹੀ ਇਸ ਸਿੰਗਰ ਦੀ ਬਹੁਤ ਵੱਡੀ ਫੈਨ ਹੈਗੀ ਆ, ਇਸ ਸਿੰਗਰ ਦਾ ਬਹੁਤ ਵੱਡਾ ਫੈਨ ਹੈਗਾ ਐਂਡ ਮੈਂ ਉਦੋਂ ਤੋਂ ਇਸ ਪਰਸਨ ਨੂੰ ਜਾਣਦੀ ਹੈਗੀ ਆ। ਜਾਂ ਤੁਸੀਂ ਕਹਿ ਸਕਦੇ ਹੋ ਕਿ ਮੈਂ ਰੀਸੈਂਟਲੀ ਜਿਵੇਂ ਕਿ ਲੋਕਡਾਊਨ ਹੋ ਕੇ ਹਟਿਆ ਕਰੋਨਾ ਵਾਇਰਸ ਦੀ ਵਜ੍ਹਾ ਕਰਕੇ ਹੈ ਨਾ, ਤਾਂ ਤੁਸੀਂ ਕਹਿ ਸਕਦੇ ਹੋ ਡਿਊਰਿੰਗ ਮਾਈ ਲੋਕਡਾਊਨ ਮੈਂ ਘਰੇ ਫ੍ਰੀ ਸੀ ਉਸ ਸਮੇਂ ਉੱਪਰ ਜਦੋਂ ਮੈਂ ਆਪਦੀ YouTube ਦੇ ਉੱਪਰ ਵੀਡੀਓਜ਼ ਦੇਖ ਰਿਹਾ ਸੀ ਤਾਂ ਸਡਨਲੀ ਮੇਰੇ ਅੱਗੇ ਇਹ ਸੌਂਗ ਆਇਆ। ਤਾਂ ਉਸ ਸੌਂਗ ਨੂੰ ਜਦੋਂ ਮੈਂ ਓਪਨ ਅਪ ਕੀਤਾ ਤਾਂ ਮੈਨੂੰ ਇਹ ਸਿੰਗਰ ਬਾਰੇ ਲਾਈਕ ਨੌਲੇਜ ਮਿਲੀ ਐਂਡ ਮੈਨੂੰ ਇਹ ਸਿੰਗਰ ਬਹੁਤ ਵਧੀਆ ਲੱਗਦਾ। ਸੋ ਇਸ ਤਰੀਕੇ ਨਾਲ ਕਹਿ ਸਕਦੇ ਹੋ। ਜਾਂ ਤੁਸੀਂ ਕਹਿ ਸਕਦੇ ਹੋ ਕਿ ਕੁਝ ਕੁ ਸਾਲ ਪਹਿਲਾਂ ਮੈਂ ਕਿਸੇ ਲਾਈਵ ਕੌਨਸਰਟ 'ਤੇ ਗਿਆ ਸੀ, ਉਸ ਕੌਨਸਰਟ ਦੇ ਵਿੱਚ ਇਸ ਸਿੰਗਰ ਨੇ ਪਰਫੋਰਮੈਂਸ ਦਿੱਤੀ ਸੀ ਐਂਡ ਉਸ ਪਰਫੋਰਮੈਂਸ ਨੂੰ ਦੇਖ ਕੇ ਮੈਂ ਉਦੋਂ ਤੋਂ ਇਸ ਸਿੰਗਰ ਨੂੰ ਜਾਣਦਾ ਹੈਗਾ ਅਤੇ ਮੈਨੂੰ ਇਹ ਸਿੰਗਰ ਉਦੋਂ ਤੋਂ ਵਧੀਆ ਲੱਗਦਾ ਹੈਗਾ। ਤਾਂ ਇਸ ਤਰੀਕੇ ਨਾਲ ਤੁਸੀਂ ਇਹਨਾਂ 'ਚੋਂ ਕੋਈ ਵੀ ਆਈਡੀਆ ਲੈ ਕੇ ਬੋਲ ਸਕਦੇ ਹੈਗੇ ਹੋ। ਨੈਕਸਟ ਵਨ ਹੈ ਜਦੋਂ ਕਿਸੇ ਵੀ ਪਰਸਨ ਬਾਰੇ ਬੋਲਣਾ ਤਾਂ ਉਹਦੀ ਪਰਸਨੈਲਿਟੀ ਜ਼ਰੂਰ ਦੱਸਣੀ ਹੈ। ਪਰਸਨੈਲਿਟੀ ਮੀਨਸ ਲਾਈਕ ਤੁਸੀਂ ਕਹਿਣਾ ਇਫ ਆਈ ਟਾਕ ਅਬਾਊਟ ਹਿਸ ਜਾਂ ਹਰ ਪਰਸਨੈਲਿਟੀ, ਜੇ ਮੈਂ ਉਹਦੀ ਪਰਸਨੈਲਿਟੀ ਦੀ ਗੱਲ ਕਰਾਂ ਤਾਂ ਉਹ ਪਰਸਨ ਟਾਲ ਹੈ ਜੀ, ਉਹ ਪਰਸਨ ਮੋਟਾ ਹੈ, ਠੀਕ ਹੈ, ਉਹਦੀਆਂ ਸਪਾਰਕਲਿੰਗ ਆਈਜ਼ ਨੇ, ਉਹਦੇ ਕਰਲੀ ਹੇਅਰਸ ਨੇ ਜਾਂ ਉਹਦੇ ਲੌਂਗ ਹੇਅਰਸ ਨੇ ਜਾਂ ਉਹ ਟਰਬਨ ਵੀਅਰ ਕਰਦਾ ਹੈਗਾ, ਉਹ ਕਿਸ ਤਰ੍ਹਾਂ ਦੇ ਕੱਪੜੇ ਪਾਉਂਦਾ ਹੈ, ਬ੍ਰਾਂਡਡ ਕਲੋਥਸ ਜਾਂ ਫਾਰਮਲ ਕਲੋਥਸ, ਕਿਸ ਤਰ੍ਹਾਂ ਦੀ ਉਹਦੀ ਲਾਈਕ ਪਰਸਨੈਲਿਟੀ ਹੈਗੀ ਆ। ਕਿਉਂਕਿ ਕਿਸੇ ਵੀ ਪਰਸਨ ਬਾਰੇ ਦੱਸਣਾ ਤਾਂ ਕਈ ਬੱਚੇ ਕੀ ਕਰਦੇ ਆ ਸਿੰਗਿੰਗ ਬਾਰੇ ਹੀ ਜ਼ਿਆਦਾ ਗੱਲ ਕਰਨੀ ਸਟਾਰਟ ਕਰ ਦਿੰਦੇ ਆ ਕਿ ਉਹਦੇ ਗਾਣੇ ਕਿਸ ਤਰੀਕੇ ਦੇ ਹੈਗੇ ਆ, ਇੱਦਾਂ ਦੀਆਂ ਗੱਲਾਂ ਹੈ ਨਾ।
ਉਹ ਵੀ ਆਪਾਂ ਇਹਦੇ ਵਿੱਚ ਗੱਲ ਕਰਾਂਗੇ, ਬਟ ਉਸ ਪਰਸਨ ਬਾਰੇ ਵੀ ਥੋੜ੍ਹਾ ਜਿਹਾ ਡਿਫਾਈਨ ਕਰਨਾ ਜ਼ਰੂਰੀ ਹੈ ਵੀ ਉਹ ਪਰਸਨ ਹੈ ਕੌਣ, ਕਿਉਂਕਿ ਉਹਨਾਂ ਨੇ ਗੱਲ ਕੀਤੀ ਆ ਫੇਵਰਿਟ ਸਿੰਗਰ ਹੈ ਤਾਂ ਇੱਕ ਪਰਸਨ ਆ, ਤਾਂ ਉਸ ਪਰਸਨ ਦੀ ਫਿਰ ਇਸ ਤੋਂ ਬਾਅਦ ਤੁਸੀਂ ਕੀ ਦੱਸੋਗੇ, ਪਰਸਨੈਲਿਟੀ, ਕਿ ਪਰਸਨੈਲਿਟੀ ਉਸ ਪਰਸਨ ਦੀ ਕਿਸ ਤਰੀਕੇ ਦੀ ਹੈਗੀ ਆ। ਆਫਟਰ ਦੈਟ ਉਹਦੇ ਸਟੱਡੀ ਬਾਰੇ ਅਗਰ ਤੁਹਾਨੂੰ ਕੁਛ ਨੌਲੇਜ ਹੈਗੀ ਹੈ ਤਾਂ ਤੁਸੀਂ ਕਹਿ ਸਕਦੇ ਹੋ ਕਿ ਉਹ ਗ੍ਰੈਜੂਏਟ ਹੈਗਾ ਜਾਂ ਪੋਸਟ ਗ੍ਰੈਜੂਏਟ ਹੈਗਾ, ਜਾਂ ਉਹਨੇ ਕੀ ਕੀਤਾ ਹੈਗਾ ਜਿਹਦੇ ਨਾਲ ਉਸ ਪਰਸਨ ਦੀ ਪਰਸਨੈਲਿਟੀ ਐਂਡ ਉਸ ਪਰਸਨ ਦੀ ਜਿਹੜੀ ਆਊਟਰ ਲੁੱਕ ਹੈਗੀ ਆ ਉਹ ਹੋਰ ਵੀ ਜ਼ਿਆਦਾ ਨਿਖਰ ਕੇ ਸਾਹਮਣੇ ਆਊਗੀ। ਨੈਕਸਟ ਵਨ ਇਜ਼ ਬਿਹੇਵੀਅਰ, ਉਸ ਪਰਸਨ ਦਾ ਬਿਹੇਵੀਅਰ ਕਿਸ ਤਰੀਕੇ ਦਾ, ਜਿਵੇਂ ਤੁਸੀਂ ਕਹਿ ਸਕਦੇ ਹੋ ਹੀ ਇਜ਼ ਡਾਊਨ ਟੂ ਅਰਥ, ਹੀ ਇਜ਼ ਕਾਈਂਡ ਹਾਰਟਡ ਪਰਸਨ, ਉਹ ਗਰੀਬ ਲੋਕਾਂ ਦੀ ਮਦਦ ਕਰਦਾ ਐਂਡ ਦਿਲ ਦਾ ਬਹੁਤ ਜ਼ਿਆਦਾ ਸਾਫ਼ ਪਰਸਨ ਹੈਗਾ। ਸੋ ਇੱਦਾਂ ਦੀਆਂ ਬਿਹੇਵੀਅਰ ਦੀਆਂ ਕੁਝ ਲਾਈਨਾਂ ਬਣਾਉਂਗੇ। ਇਸ ਤੋਂ ਬਾਅਦ ਐਟ ਪ੍ਰੈਜ਼ੈਂਟ ਉਹ ਕੀ ਹੈ, ਹੁਣ ਇੱਥੇ ਅਸੀਂ ਗੱਲ ਕਰਾਂਗੇ ਕਿ ਇੱਥੇ ਉਹ ਐਟ ਪ੍ਰੈਜ਼ੈਂਟ ਕੀ ਹੈ ਜੀ, ਸਿੰਗਰ ਆ ਅਤੇ ਉਹ ਬਹੁਤ ਸੋਹਣੇ ਸੌਂਗ ਗਾਉਂਦਾ ਹੈਗਾ, ਠੀਕ ਹੈ। ਜਿਵੇਂ ਤੁਸੀਂ ਕਹਿ ਸਕਦੇ ਹੋ ਵੀ ਉਹਦੇ ਜਿਹੜੇ ਸੌਂਗ ਹੁੰਦੇ ਨੇ ਉਹ ਹਾਰਟ ਟੱਚਿੰਗ ਹੁੰਦੇ ਨੇ, ਰੀਅਲ ਲਾਈਫ ਦੇ ਨਾਲ ਬਹੁਤ ਲਿੰਕ ਕਰਦੇ ਹੁੰਦੇ ਨੇ, ਸੋਸ਼ਲ ਇਸ਼ੂਜ਼ ਨੂੰ ਟੱਚ ਕਰਦੇ ਨੇ। ਜਿਹੜੀਆਂ ਇਹੋ ਜਿਹੀਆਂ ਗੱਲਾਂ ਨੇ ਉਹੀ ਮੈਨੂੰ ਕੀ ਕਰਦੀਆਂ ਨੇ, ਬਹੁਤ ਸਾਰੀਆਂ ਇੰਸਪਾਇਰ ਕਰਦੀਆਂ ਨੇ। ਉਹਦੀ ਆਵਾਜ਼ ਬਹੁਤ ਵਧੀਆ ਹੈਗੀ ਆ, ਉਹ ਬਹੁਤ ਜ਼ਿਆਦਾ ਟੈਲੈਂਟਡ ਪਰਸਨ ਹੈਗਾ। ਸੋ ਇੱਦਾਂ ਦੀਆਂ ਗੱਲਾਂ ਉਹਦੀਆਂ ਕਰੋਗੇ। ਇਸ ਤੋਂ ਬਾਅਦ ਜਿਵੇਂ ਇਹਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਉਹ ਪਰਸਨ ਵਧੀਆ ਹੈਗਾ ਕਿ ਨਹੀਂ ਹੈਗਾ, ਹੀ ਇਜ਼ ਗੁੱਡ ਔਰ ਨਾਟ। ਸੋ ਇਹਦੇ ਵਿੱਚ ਹੀ ਉਹ ਸਾਰੀਆਂ ਗੱਲਾਂ ਆ ਜਾਣਗੀਆਂ ਬਿਹੇਵੀਅਰ ਦੇ ਵਿੱਚ। ਐਟ ਪ੍ਰੈਜ਼ੈਂਟ ਉਹ ਕੀ ਕਰਦਾ, ਇਹਦੇ ਵਿੱਚ ਉਹ ਸਾਰੀ ਗੱਲ ਆ ਜਾਊਗੀ। ਐਂਡ ਤੁਸੀਂ ਉਹਦੇ ਸੌਂਗਸ ਦੇ ਨਾਲ ਕਿਸ ਤਰ੍ਹਾਂ ਦੀਆਂ ਐਕਟੀਵਿਟੀਜ਼ ਕਰਦੇ ਹੋ, ਸੋ ਇਹ ਵੀ ਦੱਸਣਾ ਜ਼ਰੂਰੀ ਆ। ਤਾਂ ਤੁਸੀਂ ਕਹਿ ਸਕਦੇ ਹੋ ਕਿ ਜਦੋਂ ਵੀ ਕਦੇ ਮੈਂ ਡੀਮੋਟੀਵੇਟ ਹੁੰਨਾ ਜਾਂ ਜਦੋਂ ਵੀ ਕਦੇ ਮੈਂ ਸੈਡ ਹੁੰਨਾ ਤਾਂ ਮੈਂ ਯੂਜ਼ਲੀ ਇਹਨਾਂ ਦੇ ਗਾਣੇ ਸੁਣਦਾ ਹੈਗਾ, ਐਂਡ ਇਹਨਾਂ ਦੇ ਗਾਣੇ ਸੁਣ ਕੇ ਮੈਨੂੰ ਬਹੁਤ ਜ਼ਿਆਦਾ ਇੰਸਪੀਰੇਸ਼ਨ ਮਿਲਦੀ ਆ। ਕੋਈ ਵੀ ਪਰਸਨ ਸਾਨੂੰ ਫੇਵਰਿਟ ਕਿਉਂ ਹੁੰਦਾ, ਕਿਉਂਕਿ ਸਾਨੂੰ ਕਈ ਵਾਰੀ ਉਹਦਾ ਕੰਮ ਵਧੀਆ ਲੱਗਦਾ, ਜਾਂ ਕਈ ਵਾਰੀ ਉਹਦੀ ਜੋ ਰੀਅਲ ਲਾਈਫ ਸਿਚੁਏਸ਼ਨਸ, ਉਹਦੇ ਸੌਂਗਸ ਜਿਹੜੇ ਹੁੰਦੇ ਨੇ ਉਹ ਸਾਨੂੰ ਟੱਚ ਕਰਦੇ ਨੇ, ਸਾਡੀ ਜ਼ਿੰਦਗੀ 'ਚ ਸਾਨੂੰ ਇੰਸਪਾਇਰ ਕਰਦੇ ਨੇ। ਤਾਂ ਉਹੀ ਸਾਰੀਆਂ ਗੱਲਾਂ ਇਹਦੇ ਵਿੱਚ ਤੁਸੀਂ ਐਕਸਪਲੇਨ ਕਰ ਦੋਗੇ ਕਿ ਮੈਨੂੰ ਇਹ ਪਰਸਨ ਵਧੀਆ ਲੱਗਦਾ, ਮੈਨੂੰ ਤਾਂ ਵਧੀਆ ਲੱਗਦਾ ਕਿਉਂਕਿ ਇਹਦੇ ਗਾਣੇ ਬਹੁਤ ਜ਼ਿਆਦਾ ਵਧੀਆ ਹੁੰਦੇ ਨੇ, ਮੈਨੂੰ ਮੇਰੀ ਜ਼ਿੰਦਗੀ ਦੇ ਵਿੱਚ ਟੱਚ ਕਰਦੇ ਨੇ। ਜਦੋਂ ਕਦੇ ਮੈਂ ਸੈਡ ਹੋਵਾਂ ਜਾਂ ਜਦੋਂ ਕਦੇ ਮੈਂ ਡੀਮੋਟੀਵੇਟ ਹੋਵਾਂ ਤਾਂ ਇਹਦੇ ਗਾਣੇ ਸੁਣ ਕੇ ਮੈਨੂੰ ਐਨਰਜੈਟਿਕ ਫੀਲ ਹੁੰਦਾ ਐਂਡ ਮੈਨੂੰ ਬਹੁਤ ਰਿਲੈਕਸ ਫੀਲ ਹੁੰਦਾ ਹੈ। ਅਪਾਰਟ ਫਰੋਮ ਦਿਸ ਇਹਦੇ ਗਾਣਿਆਂ ਦੇ ਵਿੱਚ ਇੱਕ ਇਹੋ ਜਿਹੀ ਸਪਾਰਕ ਹੈ, ਮਤਲਬ ਇੱਕ ਇਹੋ ਜਿਹਾ ਮੈਜਿਕ ਆ, ਜਦੋਂ ਵੀ ਕਦੇ ਮੈਂ ਸਟ੍ਰੈਸ 'ਚ ਹੋਵਾਂ ਤਾਂ ਮੈਂ ਆਪਦੇ ਸਟ੍ਰੈਸ ਨੂੰ ਘਟਾਉਣ ਦੇ ਲਈ, ਆਪਦੇ ਬਰਡਨ ਨੂੰ ਈਜ਼ ਅਪ ਕਰਨ ਦੇ ਲਈ ਵੀ ਮੈਂ ਇਹਦੇ ਗਾਣੇ ਸੁਣਦਾ ਹੈਗਾ। ਐਂਡ ਮੇਰੇ ਲਈ ਇੱਕ ਸੋਰਸ ਆਫ ਇੰਟਰਟੇਨਮੈਂਟ ਵੀ ਹੈਗਾ ਗਾ। ਐਟ ਦੀ ਐਂਡ ਤੁਸੀਂ ਇਸ ਪਰਸਨ ਬਾਰੇ ਕੀ ਫੀਲ ਕਰਦੇ ਹੋ, ਤਾਂ ਹੋਰ ਜ਼ਿਆਦਾ ਤੁਸੀਂ ਅਗਰ ਇਹਦੇ ਵਿੱਚ ਆਈਡੀਆ ਐਕਸਪਲੇਨ ਕਰਨਾ ਤਾਂ ਤੁਸੀਂ ਕਹਿ ਸਕਦੇ ਹੋ ਕਿ ਮੈਂ ਇਸ ਪਰਸਨ ਬਾਰੇ ਬਹੁਤ ਵਧੀਆ ਫੀਲ ਕਰਦਾ। ਮੈਂ ਆਪਦੀ ਜ਼ਿੰਦਗੀ ਦੇ ਵਿੱਚ, ਜੇ ਤੁਸੀਂ ਹਜੇ ਤੱਕ ਉਹਨੂੰ ਨਹੀਂ ਮਿਲੇ ਜੇ ਇੱਦਾਂ ਦੀ ਗੱਲ ਕਹਿਣੀ ਹੈ, ਤੁਸੀਂ ਕਹਿ ਸਕਦੇ ਹੋ ਮੈਂ ਇਸ ਪਰਸਨ ਨੂੰ ਮਿਲਣਾ ਚਾਹੂੰਗਾ ਐਂਡ ਇਹਦੇ ਤੋਂ ਬਲੈਸਿੰਗਸ ਲੈਣਾ ਚਾਹੂੰਗਾ। ਐਂਡ ਮੈਂ ਇਹਦੇ ਫੁੱਟਪ੍ਰਿੰਟਸ ਦਾ ਮਤਲਬ ਕੀ ਹੁੰਦਾ ਜੀ, ਮੈਂ ਇਹਦੇ ਨਕਸ਼ੇ ਕਦਮ 'ਤੇ ਚੱਲਣਾ ਚਾਹੂੰਗਾ, ਨਕਸ਼ੇ ਕਦਮ 'ਤੇ, ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਤੁਸੀਂ ਕਿਊ ਕਾਰਡ ਪ੍ਰਪੇਅਰ ਕਰਨਾ। ਸੋ ਜਿਵੇਂ ਹੁਣ ਅਸੀਂ ਇੱਥੇ ਇਹਨਾਂ ਨੇ ਉਹ ਵਾਲਾ ਕਿਊ ਨਹੀਂ ਦਿੱਤਾ, ਬਟ ਆਪਾਂ ਆਪਦੇ ਵੱਲੋਂ ਜ਼ਰੂਰ ਦੱਸਣਾ ਕਿ ਉਹ ਪਰਸਨ ਕੌਣ ਆ, ਕਿੱਥੋਂ ਬਿਲੋਂਗ ਕਰਦਾ, ਉਹਦੀ ਪਰਸਨ ਦੀ ਪਰਸਨੈਲਿਟੀ ਕਿੱਦਾਂ ਦੀ ਆ। ਹਾਊ ਡੂ ਯੂ ਨੋ ਵਾਲਾ ਆਪਣਾ ਕਿਊ ਇੱਥੇ ਕਵਰ ਹੋ ਜਾਊਗਾ। ਅਪਾਰਟ ਫਰੋਮ ਦਿਸ ਵਟ ਦਿਸ ਪਰਸਨ ਇਜ਼ ਲਾਈਕ, ਕਿੱਦਾਂ ਦਾ ਉਹ ਪਰਸਨ ਹੈਗਾ, ਕਿੱਦਾਂ ਦੇ ਪਰਸਨ ਦੇ ਵਿੱਚ ਸਾਰੀਆਂ ਗੱਲਾਂ ਆਉਣਗੀਆਂ ਜੀ, ਪਰਸਨੈਲਿਟੀ, ਸਟੱਡੀ, ਬਿਹੇਵੀਅਰ ਐਂਡ ਉਹ ਐਟ ਪ੍ਰੈਜ਼ੈਂਟ ਕੀ ਕਰਦਾ ਹੈਗਾ। ਥੋੜ੍ਹੇ ਜਿਹੇ ਉਹਦੇ ਸਮਾਜਿਕ ਕੰਮ ਦੱਸ ਦਿਓ ਚੰਗੇ, ਵੀ ਉਹ ਸਮਾਜ ਦੇ ਵਿੱਚ ਇਹੋ ਜਿਹੀਆਂ ਗੱਲਾਂ, ਲੋਕਾਂ ਦੀ ਹੈਲਪ ਕਰਦਾ, ਪੂਅਰ ਲੋਕਾਂ ਦੀ ਹੈਲਪ ਕਰਦਾ ਹੈਗਾ। ਤਾਂ ਇੱਦਾਂ ਦੇ ਪੁਆਇੰਟਸ ਇਹਦੇ ਵਿੱਚ ਆ ਜਾਣਗੇ। ਐਂਡ 'ਤੇ ਤੁਸੀਂ ਦੱਸ ਦੋਗੇ ਵੀ ਤੁਸੀਂ ਕੀ ਫੀਲ ਕਰਦੇ ਹੋ ਐਂਡ ਉਹਦੇ ਗਾਣੇ ਸੁਣ ਕੇ ਕਿੱਦਾਂ ਦੀਆਂ ਐਕਟੀਵਿਟੀਜ਼ ਤੁਸੀਂ ਕਰਦੇ ਹੈਗੇ ਹੋ। ਉਹ ਸਾਰਾ ਕੁਛ ਇਹ 'ਚ ਪਤਾ ਲੱਗ ਜੂਗਾ ਕਿ ਹਾਂ ਉਹ ਪਰਸਨ ਇੱਕ ਬਹੁਤ ਵਧੀਆ ਪਰਸਨ ਆ, ਕਿਉਂਕਿ ਉਹ ਮੈਨੂੰ ਵੀ ਇੰਸਪਾਇਰ ਕਰਦਾ ਹੈਗਾ। ਸੋ ਇੱਥੇ ਮੈਂ ਇੱਕ ਫਲੋ ਚਾਰਟ ਬਣਾਇਆ। ਫਲੋ ਚਾਰਟ ਦੇ ਨਾਲ ਮੇਰੀ ਕਲੈਰੀਫਿਕੇਸ਼ਨ ਰਹੂਗੀ, ਕੋਹੈਸ਼ਨ ਐਂਡ ਕੋਹਰੈਂਸ ਰਹੂਗੀ, ਐਂਡ ਕਿਤੇ ਵੀ ਮੈਂ ਕਿਊ ਕਾਰਡ ਦੇ ਵਿੱਚ ਅੜਕੂੰਗੀ ਨਹੀਂ ਕਿ ਮੈਂ ਇਸ ਕਿਊ ਕਾਰਡ ਨੂੰ ਕਿਵੇਂ ਪ੍ਰਪੇਅਰ ਕਰਨਾ ਹੈਗਾ। ਸੋ ਬਹੁਤ ਸਾਰੇ ਬੱਚਿਆਂ ਦੀ ਬੇਸਿਕ ਪ੍ਰੋਬਲਮ ਮੈਂ ਇਹੀ ਦੇਖੀ ਆ ਕਿ ਉਹ ਕਿਵੇਂ ਵੀ ਕਿਊ ਕਾਰਡ ਬੋਲਣਾ ਸਟਾਰਟ ਕਰ ਦਿੰਦੇ ਨੇ ਐਂਡ ਕੁਝ ਲਾਈਨਾਂ ਉਹ ਰਿਪੀਟ ਕਰ ਦਿੰਦੇ ਨੇ। ਉਹਨਾਂ ਨੂੰ ਇਹੀ ਨਹੀਂ ਪਤਾ ਲੱਗਦਾ ਕਿ ਅਸੀਂ ਕਿਹੜੀਆਂ ਲਾਈਨਾਂ ਬੋਲ ਚੁੱਕੇ ਹਾਂ ਐਂਡ ਕਿਹੜੀਆਂ ਸਾਡੀਆਂ ਰਹਿੰਦੀਆਂ ਨੇ, ਕਿਹੜੀਆਂ ਸਾਡੀਆਂ ਰਿਪੀਟ ਹੋ ਰਹੀਆਂ ਨੇ। ਸੋ ਉਸ ਚੀਜ਼ ਨੂੰ ਧਿਆਨ ਰੱਖਣ ਦੇ ਲਈ ਹੀ ਇਹ ਫਲੋ ਚਾਰਟ ਬਣਾਇਆ, ਤਾਂ ਕਿ ਤੁਹਾਨੂੰ ਪਤਾ ਲੱਗਦਾ ਰਹੇ ਕਿ ਸਭ ਤੋਂ ਪਹਿਲਾਂ ਅਸੀਂ ਇੱਦਾਂ ਨਹੀਂ ਬੋਲਣਾ। ਸੋ ਇਹਦੇ ਲਈ ਇੱਕ ਮੈਂ ਜਰਨਲ ਐਗਜ਼ਾਮਪਲ ਵੀ ਤੁਹਾਨੂੰ ਦਊਂਗੀ ਕਿ ਜਦੋਂ ਅਸੀਂ ਕਿਸੇ ਵੀ ਪਰਸਨ ਨੂੰ ਲਾਈਕ ਮਿਲਦੇ ਹਾਂ, ਮੰਨ ਲਓ ਤੁਹਾਡੀ ਕਲਾਸ ਦੇ ਵਿੱਚ ਕੋਈ ਨਵਾਂ ਸਟੂਡੈਂਟ ਆਉਂਦਾ ਤਾਂ ਅਸੀਂ ਉਸ ਸਟੂਡੈਂਟ ਨੂੰ ਪਹਿਲੀ ਗੱਲ ਕੀ ਕਰਦੇ ਹਾਂ ਜੀ,
ਉਹਦਾ ਨੇਮ ਪੁੱਛਦੇ ਹਾਂ ਕਿੱਥੋਂ ਆਉਂਦਾ ਹੈ, ਫਿਰ ਅਸੀਂ ਉਹਨੂੰ ਦੇਖਦੇ ਹਾਂ ਕਿ ਉਹ ਪਰਸਨ ਕਿਸ ਤਰ੍ਹਾਂ ਦਾ ਦਿਖਦਾ ਹੈਗਾ, ਪਰਸਨੈਲਿਟੀ ਹੈ ਨਾ। ਫਿਰ ਅਸੀਂ ਉਹਨੂੰ ਪੁੱਛਦੇ ਹਾਂ ਕਿ ਤੂੰ ਪਹਿਲਾਂ ਕਿੱਥੇ ਪੜ੍ਹਿਆ ਜਾਂ ਕੀ ਸਟੱਡੀ ਕੀਤੀ ਆ, ਸਟੱਡੀ ਬਾਰੇ। ਫਿਰ ਅਸੀਂ ਉਹਦਾ ਕਲਾਸ ਦੇ ਵਿੱਚ ਕੀ ਦੇਖਦੇ ਹਾਂ, ਬਿਹੇਵੀਅਰ ਦੇਖਦੇ ਹਾਂ, ਠੀਕ ਆ। ਫਿਰ ਉਹ ਐਟ ਪ੍ਰੈਜ਼ੈਂਟ ਕਲਾਸ ਦੇ ਵਿੱਚ ਕੀ ਕੁਛ ਕਰਦਾ। ਫਿਰ ਅਸੀਂ ਐਂਡ 'ਤੇ ਉਹਦੇ ਬਾਰੇ ਲਾਈਕ ਕਮਿਟਮੈਂਟ ਮੀਨਸ ਉਹਦੇ ਬਾਰੇ ਕਮੈਂਟ ਦੇ ਦਿੰਦੇ ਹਾਂ ਕਿ ਲਾਈਕ ਉਹ ਪਰਸਨ ਸਾਨੂੰ ਕਿੱਦਾਂ ਦਾ ਲੱਗਦਾ ਹੈਗਾ। ਫਿਰ ਐਂਡ 'ਤੇ ਹੀ ਆਪਾਂ ਸਾਰਾ ਕੁਛ ਦੇਖਣ ਤੋਂ ਬਾਅਦ ਅਸੀਂ ਐਂਡ ਰਿਜ਼ਲਟ ਕੱਢਦੇ ਹਾਂ ਕਿ ਸਾਨੂੰ ਉਹ ਪਰਸਨ ਕਿਹੋ ਜਿਹਾ ਲੱਗਦਾ, ਵਧੀਆ ਲੱਗਦਾ ਤਾਂ ਅਸੀਂ ਉਹਦੇ ਫਰੈਂਡ ਬਣ ਜਾਂਦੇ ਹਾਂ, ਨਹੀਂ ਵਧੀਆ ਲੱਗਦਾ ਤਾਂ ਅਸੀਂ ਉਹਨੂੰ ਬੁਲਾਉਂਦੇ ਵੀ ਨਹੀਂ। ਤਾਂ ਇੱਦਾਂ ਹੀ ਰੀਅਲ ਲਾਈਫ ਦੇ ਵਿੱਚ ਹੁੰਦਾ ਐਂਡ ਇੱਦਾਂ ਹੀ ਤੁਸੀਂ ਇਸ ਕਿਊ ਕਾਰਡ ਨੂੰ ਪ੍ਰਪੇਅਰ ਕਰਨਾ। ਐਂਡ ਦੀ ਨੈਕਸਟ ਬੋਨਸ ਟਿਪ ਇਹ ਆ ਕਿ ਜਿਹੜੇ 60 to 70 ਕਿਊ ਕਾਰਡਸ ਹੁੰਦੇ ਆ, ਇਟਸ ਨੋਟ ਇੰਪੋਰਟੈਂਟ ਕਿ 60 to 70 ਕਿਊ ਕਾਰਡਸ ਤੁਸੀਂ ਇਕੱਲੇ ਕਿਊ ਕਾਰਡਸ ਹੀ ਪ੍ਰਪੇਅਰ ਕਰਨੇ ਨੇ। ਹਰੇਕ ਕਿਊ ਕਾਰਡ ਦੂਸਰੇ ਕਿਊ ਕਾਰਡ ਨਾਲ ਲਿੰਕ ਹੁੰਦਾ ਹੈ, ਜਿਹਦੇ ਲਈ ਤੁਹਾਨੂੰ ਦੁਬਾਰਾ ਤੋਂ ਉਸ ਕਿਊ ਕਾਰਡ ਨੂੰ ਪ੍ਰਪੇਅਰ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਜਿਹੜੇ ਆਈਡੀਆਜ਼ ਤੁਸੀਂ ਪਹਿਲਾਂ ਤੋਂ ਹੀ ਕਿਸੇ ਕਿਊ ਕਾਰਡ ਦੇ ਵਿੱਚ ਬੋਲੇ ਹੁੰਦੇ ਨੇ, ਉਹ ਦੂਸਰੇ ਕਿਊ ਕਾਰਡ ਦੇ ਵਿੱਚ ਥੋੜ੍ਹਾ ਜਿਹਾ ਚੇਂਜ ਕਰਕੇ ਉਹਨੂੰ ਤੁਸੀਂ ਬੋਲ ਸਕਦੇ ਹੈਗੇ ਹੋ। ਤਾਂ ਇਸ ਸਮਾਰਟ ਟਿਪ ਨੂੰ ਜ਼ਰੂਰ ਵਰਤਿਓ। ਜਿਵੇਂ ਕਿ ਹੁਣ ਫੇਵਰੇਟ ਸਿੰਗਰ ਬਾਰੇ ਹੈ, ਨੈਕਸਟ ਤੁਹਾਨੂੰ ਉਹ ਪੁੱਛ ਸਕਦੇ ਨੇ ਕਿ ਲਾਈਕ ਕੋਈ ਫੇਮਸ ਪਰਸਨ ਜਿਹਦੇ ਵਿੱਚ ਤੁਸੀਂ ਇੰਟਰਸਟਿਡ ਹੋਵੋ, ਠੀਕ ਹੈ। ਹੋਰ ਇਹਦੇ ਵਿੱਚ ਕਿਊ ਕਾਰਡਸ ਹੈਗੇ ਨੇ ਕੋਈ ਓਲਡ ਪਰਸਨ ਜਿਹਦੀ ਤੁਸੀਂ ਰਿਸਪੈਕਟ ਕਰਦੇ ਹੋਵੋ, ਕੋਈ ਇੱਦਾਂ ਦਾ ਓਲਡਰ ਪਰਸਨ ਤੁਹਾਡੇ ਨਾਲੋਂ ਜਿਹਨੂੰ ਤੁਸੀਂ ਐਡਮਾਇਰ ਕਰਦੇ ਹੈਗੇ ਹੋ। ਤਾਂ ਇਹ ਸਾਰੇ ਕਿਊ ਕਾਰਡਸ ਕਿੰਨਾ ਬਾਰੇ ਆ ਜੀ, ਪਰਸਨ ਬਾਰੇ ਆ, ਠੀਕ ਆ। ਸੋ ਉਹਦੇ ਲਈ ਤੁਹਾਨੂੰ ਦੁਬਾਰਾ ਤੋਂ ਪ੍ਰਪੇਅਰ ਕਰਨ ਦੀ ਕੀ ਲੋੜ ਆ। ਕੋਈ ਫੇਮਸ ਪਰਸਨ ਸਿੰਗਰ ਵੀ ਹੈ, ਠੀਕ ਹੈ। ਕੋਈ ਓਲਡਰ ਪਰਸਨ ਤੁਹਾਡੇ ਨਾਲੋਂ ਜਿਹਦੀ ਤੁਸੀਂ ਰਿਸਪੈਕਟ ਕਰਦੇ ਹੋ, ਤਾਂ ਸਿੰਗਰ ਜਿਹੜਾ ਹੈ ਤੁਹਾਡੇ ਨਾਲੋਂ ਵੱਡਾ ਵੀ ਤਾਂ ਹੋ ਸਕਦਾ ਹੈ ਨਾ। ਤਾਂ ਇਹ ਸਾਰਾ ਕੰਟੈਂਟ ਤੁਸੀਂ ਕਿਹਦੇ 'ਚ ਬੋਲ ਸਕਦੇ ਹੋ, ਉਹਨਾਂ ਕਿਊ ਕਾਰਡਸ ਦੇ ਵਿੱਚ ਵੀ ਬੋਲ ਸਕਦੇ ਹੋ। ਸੋ ਜਦੋਂ ਵੀ ਕਦੇ ਤੁਸੀਂ ਕਿਊ ਕਾਰਡ ਪ੍ਰਪੇਅਰ ਕਰਨਾ ਤਾਂ ਇੱਕ ਵਾਰੀ ਆਪਦੀ ਬੁੱਕ ਦੇ ਉੱਪਰ ਜ਼ਰੂਰ ਦੇਖ ਲਓ ਵੀ ਇਹ ਹੋ ਸਕਦਾ ਕਿਸੇ ਕਿਊ ਕਾਰਡ ਨਾਲ ਲਿੰਕ ਹੁੰਦਾ ਹੋਵੇ। ਐਂਡ ਇੱਕ ਸਟ੍ਰੈਟਜੀ ਜ਼ਰੂਰ ਬਣਾਇਆ ਕਰੋ ਵੀ ਕਿਊ ਕਾਰਡ ਦੀ ਮੰਗ ਕੀ ਹੈਗੀ ਆ, ਕਿਊ ਕਾਰਡ ਪੁੱਛ ਕਿਸ ਬਾਰੇ ਰਹੇ ਆ, ਐਂਡ ਅਸੀਂ ਉਹਨੂੰ ਕਿਵੇਂ ਪ੍ਰਪੇਅਰ ਕਰ ਸਕਦੇ ਹਾਂ। ਸੋ ਇਸੇ ਲਈ ਮੈਂ ਤੁਹਾਨੂੰ ਦੱਸਿਆ ਕਿ ਪਰਸਨ ਵਾਲੇ ਜਿੰਨੇ ਵੀ ਕਿਊ ਕਾਰਡਸ ਹੈਗੇ ਆਪਦੀ ਬੁੱਕ ਦੇ ਉੱਪਰ ਟਿਕ ਲਗਾ ਲਓ। ਉਹਨਾਂ ਪਰਸਨਸ ਬਾਰੇ ਕਿਊ ਕਾਰਡਸ ਬਾਰੇ ਬਸ ਤੁਸੀਂ ਆਹ ਸਾਰੀਆਂ ਗੱਲਾਂ ਬੋਲਣੀਆਂ, ਚਾਹੇ ਕੋਈ ਵੀ ਪਰਸਨ, ਉਹਦਾ ਨੇਮ, ਉਹਦੀ ਪਲੇਸ, ਪਰਸਨੈਲਿਟੀ, ਤੁਸੀਂ ਕਿਵੇਂ ਜਾਣਦੇ ਹੋ, ਸਟੱਡੀ, ਬਿਹੇਵੀਅਰ, ਐਂਡ ਜਿਸ ਚੀਜ਼ ਬਾਰੇ ਵੀ ਉਹਨੇ ਪੁੱਛਿਆ ਹੈਗਾ ਲਾਈਕ ਓਲਡ ਪਰਸਨ ਬਾਰੇ ਜਾਂ ਫੇਮਸ ਬਾਰੇ, ਤਾਂ ਇੱਥੇ ਤੁਸੀਂ ਉਹ ਚੀਜ਼ ਬਣਾ ਦੋਗੇ ਕਿ ਹਾਂ ਉਹ ਪਰਸਨ ਫੇਮਸ ਕਿਉਂ ਹੈਗਾ ਐਂਡ ਤੁਸੀਂ ਉਹਦੇ ਨਾਲ ਕੀ ਐਕਟੀਵਿਟੀਜ਼ ਕਰਦੇ ਹੋ ਅਤੇ ਕੀ ਫੀਲ ਕਰਦੇ ਹੋ। ਬਸ ਅਕੋਰਡਿੰਗਲੀ ਥੋੜ੍ਹੀਆਂ ਜਿਹੀਆਂ ਲਾਈਨਾਂ ਚੇਂਜ ਹੋਣਗੀਆਂ ਅਤੇ ਸਮਾਰਟ ਵਰਕ ਕਰਕੇ ਤੁਸੀਂ ਇੱਕ ਕਿਊ ਕਾਰਡ ਤੋਂ ਹੀ ਕਿੰਨੇ ਸਾਰੇ ਕਿਊ ਕਾਰਡਸ ਪ੍ਰਪੇਅਰ ਕਰ ਸਕਦੇ ਹੋ। ਸੋ ਆਈ ਹੋਪ ਕਿ ਤੁਹਾਨੂੰ ਬੇਸਿਕ ਸਟ੍ਰੈਟਜੀ ਸਮਝ ਆ ਗਈ ਹੋਊਗੀ ਕਿ ਕਿਊ ਕਾਰਡ ਪ੍ਰਪੇਅਰ ਕਰਨ ਦਾ ਬੈਸਟ ਤਰੀਕਾ ਕੀ ਹੈਗਾ। ਸੋ ਕੋਈ ਵੀ ਕਿਊ ਕਾਰਡ ਹੈਗਾ ਉਹ ਬਹੁਤ ਸੌਖੇ ਹੁੰਦੇ ਨੇ, ਸਾਡੇ ਰੀਅਲ ਲਾਈਫ ਦੇ ਨਾਲ ਟੱਚ ਕਰਦੇ ਹੁੰਦੇ ਨੇ। ਜੇ ਤੁਸੀਂ ਆਪਦੀ ਰੀਅਲ ਇਮੈਜੀਨੇਸ਼ਨ ਨੂੰ ਯੂਜ਼ ਕਰਕੇ ਇਹਨਾਂ ਕਿਊ ਕਾਰਡਸ ਨੂੰ ਪ੍ਰਪੇਅਰ ਕਰੋਗੇ ਦੈਨ ਡੈਫੀਨੇਟਲੀ ਤੁਹਾਡੇ ਬਹੁਤ ਸੌਖੇ ਤਰੀਕੇ ਨਾਲ ਪ੍ਰਪੇਅਰ ਹੋ ਜਾਣਗੇ। ਐਂਡ ਧਿਆਨ ਰੱਖਿਓ ਕਿ ਤੁਹਾਡਾ ਟੌਪਿਕ ਰਿਸਪੌਂਸ, ਤੁਹਾਡੇ ਸੈਂਟੈਂਸਿਸ ਐਂਡ ਤੁਹਾਡੇ ਆਈਡੀਆਜ਼ ਸਹੀ ਹੋਣੇ ਚਾਹੀਦੇ ਆ। ਹਰੇਕ ਚੀਜ਼ ਬਾਰੇ ਤੁਸੀਂ ਅਗਰ 2-2 ਲਾਈਨਾਂ ਜਾਂ 3-3 ਲਾਈਨਾਂ ਵੀ ਬਣਾਓਗੇ, ਤੁਹਾਡਾ ਇਹ ਸਾਰਾ ਦਾ ਸਾਰਾ ਟੌਪਿਕ 2 ਮਿੰਟ ਤੱਕ ਬਹੁਤ ਵਧੀਆ ਤਰੀਕੇ ਨਾਲ ਪ੍ਰਪੇਅਰ ਹੋ ਜਾਊਗਾ। ਐਂਡ ਕਿਤੇ ਵੀ ਤੁਹਾਡੀ ਰੈਪੀਟੀਸ਼ਨ ਨਹੀਂ ਹੋਊਗੀ, ਸੈਂਟੈਂਸ ਵੀ ਤੁਹਾਡੇ ਡਿਫਰੈਂਟ ਬਣਨਗੇ। ਐਂਡ ਸਭ ਤੋਂ ਵਧੀਆ ਗੱਲ ਕਿ ਆਪਦੇ ਕਿਊ ਕਾਰਡ ਨੂੰ ਜਿੰਨਾ ਹੋ ਸਕਦਾ ਹੈ ਰਿਲੈਕਸ ਹੋ ਕੇ ਐਂਡ ਸਿੰਪਲ ਲੈਂਗੁਏਜ ਦੇ ਵਿੱਚ ਬੋਲਣ ਦੀ ਕੋਸ਼ਿਸ਼ ਕਰਿਓ ਰੈਦਰ ਦੈਨ ਕੰਪਲੈਕਸ, ਕਿਉਂਕਿ ਕਈ ਵਾਰੀ ਬੱਚੇ ਕੰਪਲੈਕਸ ਕਰਦੇ ਕਰਦੇ ਅੜਕ ਜਾਂਦੇ ਨੇ। ਤਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖ ਕੇ ਕਿਊ ਕਾਰਡ ਨੂੰ ਜ਼ਰੂਰ ਪ੍ਰਪੇਅਰ ਕਰਿਓ। ਆਈ ਹੋਪ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਅਤੇ ਹੈਲਪਫੁਲ ਲੱਗੀ ਹੋਊਗੀ। ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਅਤੇ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਜੇ ਤੁਸੀਂ ਚਾਹੁੰਦੇ ਹੋ ਕਿ ਕੋਈ ਕਿਊ ਕਾਰਡ ਤੁਹਾਡੀ ਪਸੰਦ ਦਾ ਮੈਂ ਤੁਹਾਨੂੰ ਪ੍ਰਪੇਅਰ ਕਰਵਾ ਕੇ ਦਿਖਾਵਾਂ ਵੀ ਕਿਸ ਤਰੀਕੇ ਨਾਲ ਪ੍ਰਪੇਅਰ ਕਰ ਸਕਦੇ ਹਾਂ, ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ। ਮੈਂ ਡੈਫੀਨੇਟਲੀ ਉਸ ਕਿਊ ਕਾਰਡ ਉੱਪਰ ਵੀ ਵੀਡੀਓ ਜ਼ਰੂਰ ਬਣਾਉਂਗੀ। ਜਾਂ ਕਿਸੇ ਵੀ ਮੋਡਿਊਲ ਬਾਰੇ ਤੁਸੀਂ ਕੁਝ ਵੀ ਪੁੱਛਣਾ ਚਾਹੁੰਦੇ ਹੋ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਸੋ ਹੋਰ ਇਸ ਤਰ੍ਹਾਂ ਦੀਆਂ ਵੀਡੀਓਜ਼ ਨੂੰ ਦੇਖਣ ਦੇ ਲਈ ਮੇਰੇ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਅਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਤੁਹਾਨੂੰ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ। ਸੋ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ। ਬਾਏ।